सऊदी अरब को बचाने के लिए पाकिस्तान अपने परमाणु बम का इस्तेमाल करेगा। जो एग्रीमेंट पाकिस्तान और सऊदी अरब के बीच हुआ है, डिफेंस एग्रीमेंट, उसके अंदर ये क्लियर कट बात कही गई है। इसी गल्फ कॉर्पोरेशन काउंसिल की भी हो रही है साथ में मीटिंग, लगभग वो मीटिंग हो चुकी है जिसमें तमाम अरब देश राजी हो गए हैं। सीरिया की सरकार के सर पर चढ़कर इजराइल मूत रहा है। गाजा के लोग नाव के जरिए, बोट के जरिए गाजा से बाहर भाग रहे हैं। वाहिगुरु वाहिगुरु। है इजराइल और इजराइल के हालात, इजराइल के अंदर इजरायली अल्ट्रा ऑर्थोडॉक्स इजराइल की सरकार के खिलाफ, सेना के खिलाफ प्रदर्शन कर रहे हैं क्योंकि इजराइल ਮੌਜੂਦਾ ਫੈਸਲਾਬਾਦ। ਸੋ ਉਸ ਟਾਈਮ ਦੇ ਲੈਲਪੁਰ ਦਾ ਨਾਮ ਬਦਲ ਕੇ ਸਾਊਦੀ ਅਰੇਬੀਆ ਦੇ ਕਿੰਗ ਸ਼ਾਹ ਫੈਸਲ ਬਿਨ ਅਬਦੁਲ ਅਜ਼ੀਜ਼ ਦੇ ਨਾਮ ਤੇ ਰੱਖਿਆ ਸੀ। ਇਹ ਜੋ ਇਜ਼ਰਾਈਲ ਹੈ, ਈਰਾਨ, ਸੀਰੀਆ, ਲੈਬਨਾਨ, ਕਤਰ ਤੇ ਅਟੈਕ ਕਰ ਰਿਹਾ, ਇਸੇ ਚੀਜ਼ ਨੂੰ ਵੇਖਦੇ ਹੋਏ ਸਾਊਦੀ ਅਰੇਬੀਆ ਨੇ ਪਾਕਿਸਤਾਨ ਦੇ ਨਾਲ ਇੱਕ ਸਮਝੌਤਾ ਕਰ ਲਿਆ ਜਿਹਨੂੰ ਕਿਹਾ ਜਾ ਰਿਹਾ ਜੀ ਇਸਲਾਮਿਕ ਨੈਟੋ। ਇਹ ਜਿਹੜਾ ਸਮਝੌਤਾ ਸਿਰਫ ਅੱਜ ਕੱਲ ਦੇ ਰਿਸ਼ਤਿਆਂ ਦੇ ਨਾਲ ਨਹੀਂ ਹੋਇਆ, ਇਹਦੀ ਪੁਰਾਣਾ ਇੱਕ ਬੜਾ ਡੂੰਘਾ ਇਤਿਹਾਸ ਆ। ਜਿਹੜੇ ਲੋਕ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੋਊਗਾ, ਪਰ ਜਿਹੜੇ ਇੰਡੀਆ ਤੋਂ ਇਹ ਵੀਡੀਓ ਦੇਖ ਰਹੇ ਆ ਵੀ ਤੁਹਾਨੂੰ ਸਾਰਿਆਂ ਨੂੰ ਵੀ ਦੱਸ ਦਿੰਨਾ ਵੀ 1979 ਯਾਨੀ ਕਿ 1979 ਦੇ ਵਿੱਚ ਜਨਰਲ ਜ਼ਿਆਉਲ ਹਕ ਨੇ ਲਾਇਲਪੁਰ, ਮੌਜੂਦਾ ਫੈਸਲਾਬਾਦ, ਸੋ ਉਸ ਟਾਈਮ ਦੇ ਲਾਇਲਪੁਰ ਦਾ ਨਾਮ ਬਦਲ ਕੇ ਸਾਊਦੀ ਅਰੇਬੀਆ ਦੇ ਕਿੰਗ ਸ਼ਾਹ ਫੈਸਲ ਬਿਨ ਅਬਦੁਲ ਅਜ਼ੀਜ਼ ਦੇ ਨਾਮ ਤੇ ਰੱਖਿਆ ਸੀ। ਸੋ ਇੱਕ ਬਹੁਤ ਵੱਡਾ ਇੱਕ ਸਨਮਾਨ ਸੀ, ਬਹੁਤ ਵੱਡੀ ਇੱਕ ਰਿਸਪੈਕਟ ਸੀ ਪਾਕਿਸਤਾਨ ਦੇ ਦੁਆਰਾ ਸਾਊਦੀ ਅਰੇਬੀਆ ਨੂੰ। ਪਾਕਿਸਤਾਨ ਨੇ ਨਿਊਕਲੀਅਰ ਬਣਾਇਆ, ਸਾਮ ਧਾਮ ਦੰਡ ਭੇਦ ਸਾਰਾ ਕੁਝ ਕਰਕੇ। ਪਾਕਿਸਤਾਨ ਨੂੰ IMF ਤੇ US ਤੋਂ ਵੀ ਏਡ ਜਿਹੜੀ ਹੈ ਮਿਲਦੀ ਰਹੀ, ਪਰ ਕਦੇ ਵੀ ਇਹਦੀ ਗੱਲ ਨਹੀਂ ਹੋਈ ਮੀਡੀਆ ਦੇ ਵਿੱਚ ਕਿ ਪਾਕਿਸਤਾਨ ਨੂੰ ਸਾਊਦੀ ਤੋਂ ਵੀ ਬਹੁਤ ਫੰਡ ਮਿਲਦਾ ਰਿਹਾ। ਸੋ ਸਾਊਦੀ ਦੇ ਨਾਲ ਵੀ ਪਾਕਿਸਤਾਨ ਦੇ ਜਿਹੜੇ ਰਿਲੇਸ਼ਨ ਹੈ ਕਾਫੀ ਮਜ਼ਬੂਤ ਰਹੇ ਹੈ। ਪਰ ਜੇ ਉਹੀ ਆਪਾਂ ਦੂਜੀ ਤਰਫ ਗੱਲ ਕਰੀਏ ਕਿ ਜੋ ਸਾਊਦੀ ਤੇ ਪਾਕਿਸਤਾਨ ਦਾ ਇਹ ਜੋ ਇੱਕ ਕੰਟਰੈਕਟ ਹੋਇਆ, ਇਹਦਾ ਨੁਕਸਾਨ ਕੀ ਹੈ ਇੰਡੀਆ ਨੂੰ। ਸੋ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵੀ ਸਾਊਦੀ ਦੇ ਨਾਲ ਜਿਹੜੇ ਸੰਬੰਧ ਹੈ ਉਹ ਬਹੁਤ ਵਧੀਆ ਰਹੇ ਹੈ, ਹੁਣ ਵੀ ਤੇ ਇਸ ਤੋਂ ਪਹਿਲਾਂ ਵੀ। ਜਦੋਂ ਡਾਕਟਰ ਮਨਮੋਹਨ ਸਿੰਘ ਸੀ ਉਦੋਂ ਸਾਊਦੀ ਦੇ ਜਿਹੜੇ ਕਿੰਗ ਹੈ ਉਹ ਇੰਡੀਆ ਦੇ ਵਿੱਚ ਆਏ ਸੀ, ਜਿਹਦੇ ਕਰਕੇ ਬਾਇਲੈਟਰਲ ਟ੍ਰੇਡ ਸੀ ਜਿਹੜਾ ਬਹੁਤ ਜ਼ੋਰਾਂ ਸ਼ੋਰਾਂ ਤੇ ਰਿਹਾ। ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਘੱਟੋ ਘੱਟ 25 ਲੱਖ ਜਿਹੜੇ ਭਾਰਤੀ ਹੈ ਉਹ ਸਾਊਦੀ ਦੇ ਵਿੱਚ ਕੰਮ ਕਰਦੇ ਆ। ਉੱਥੋਂ ਦਾ ਇਨਫਰਾਸਟ੍ਰਕਚਰ, ਉੱਥੋਂ ਦੀ GDP, ਮਤਲਬ ਹਰ ਚੀਜ਼ ਵਿੱਚ ਉਹਨਾਂ 25 ਲੱਖ ਭਾਰਤੀਆਂ ਦਾ ਯੋਗਦਾਨ ਹੈ। ਚਲੋ ਹੁਣ ਦੀ ਗੱਲ ਕਰਦੇ ਆਂ ਤਾਂ ਪਿਛਲੇ 11 ਸਾਲਾਂ ਤੋਂ ਨਰਿੰਦਰ ਮੋਦੀ ਜੀ ਇਹ ਵੀ ਸਾਊਦੀ ਦੇ ਨਾਲ ਸੰਬੰਧ ਵਧੀਆ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜਾਰੀ ਹੈ। ਜਦੋਂ ਪਹਿਲਗਾਮ ਅਟੈਕ ਹੋਇਆ ਸੀ ਉਸ ਸਮੇਂ ਵੀ ਮੋਦੀ ਸਾਹਿਬ ਉੱਥੇ ਹੀ ਸੀ, ਤਾਂ ਸਾਊਦੀ ਦੇ ਜਿਹੜੇ ਕਿੰਗ ਹੈ, ਉੱਥੋਂ ਦੇ ਡਿਫੈਂਸ ਮਿਨਿਸਟਰ ਹੈ, ਉਹਨਾਂ ਨੇ ਵੀ ਪਹਿਲਗਾਮ ਟੈਰਰ ਅਟੈਕ ਦੇ ਉੱਤੇ ਖੇਦ ਜਤਾਇਆ ਸੀ ਤੇ ਇਹਦੀ ਨਿੰਦਾ ਕੀਤੀ ਸੀ। ਤੇ ਬਾਅਦ ਵਿੱਚ ਉਹ ਅਨਅਨਾਉਂਸਡ ਇੱਕ ਟ੍ਰਿਪ ਤੇ ਵੀ ਆਈ ਸੀ ਭਾਰਤ ਦੇ ਵਿੱਚ। ਸੋ ਇਹ ਤੋਂ ਸਮਝ ਸਕਦੇ ਆ ਕਿ ਸਾਊਦੀ ਤੇ ਇੰਡੀਆ ਦੇ ਰਿਲੇਸ਼ਨਸ ਵੀ ਕਾਫੀ ਚੰਗੇ ਰਹੇ ਨੇ। ਪਰ ਹੁਣ ਇੱਥੇ ਸਵਾਲ ਇਹ ਹੈ ਕਿ ਕੱਲ ਨੂੰ, ਕਿਉਂਕਿ ਪਾਕਿਸਤਾਨ ਤੇ ਸਾਊਦੀ ਨੇ ਜੀਣ ਮਰਨ ਦੀਆਂ ਕਸਮਾਂ ਇਕੱਠੇ ਖਾ ਲਈਆਂ, ਠੀਕ ਹੈ ਜੀ, ਜੇਕਰ ਇੱਕ ਦੇਸ਼ ਤੇ ਅਟੈਕ ਹੁੰਦਾ ਤਾਂ ਸਮਝਿਆ ਜਾਊਗਾ ਕਿ ਦੂਜੇ ਤੇ ਵੀ ਹੋਇਆ। ਕੱਲ ਨੂੰ ਜੇ ਇੰਡੀਆ ਪਾਕਿਸਤਾਨ ਦੇ ਵਿੱਚ ਕੁਝ ਕੌਨਫਲਿਕਟ ਪੈਦਾ ਹੁੰਦਾ ਹੈ ਤਾਂ ਸਾਊਦੀ ਕਿਹਦਾ ਸਾਥ ਦੇਵੇਗਾ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਤੇ ਪਰ ਜਿਹਦੇ ਨਾਲ ਕੰਟਰੈਕਟ ਹੋ ਰਿਹਾ, ਓਬਵੀਅਸ ਗੱਲ ਹੈ, ਉਸੇ ਦਾ ਹੀ ਸਾਥ ਦੇਊਗਾ। ਬਾਕੀ ਕਸਮਾਂ ਵਾਦੇ ਸਾਰੇ ਜਾਣਗੇ ਸਾਈਡ ਤੇ। ਹਾਲਾਂਕਿ ਮੈਂ ਕਹੂੰਗਾ ਕਿ ਇਦਾਂ ਕਦੇ ਵੀ ਨਾ ਹੋਵੇ, ਕਿਉਂਕਿ ਅਸੀਂ ਕਦੇ ਵੀ ਜੰਗ ਨੂੰ ਇਸ ਚੈਨਲ ਤੇ ਪ੍ਰਮੋਟ ਨਹੀਂ ਕਰਦੇ। ਦੂਜੀ ਤਰਫ ਜੇਕਰ ਆਪਾਂ ਗੱਲ ਕਰ ਰਹੀਏ ਇੰਡੀਆ ਦੀ, ਤਾਂ ਇੰਡੀਆ ਦੇ ਵਿੱਚ ਦੇਖੋ ਬੰਗਲਾਦੇਸ਼, ਚਾਈਨਾ, ਪਾਕਿਸਤਾਨ ਤੇ ਹੁਣ ਨੇਪਾਲ ਵੀ, ਇਹ ਸਾਰੇ ਦੇਸ਼ ਇੰਡੀਆ ਨੂੰ ਕੁਝ ਖਾਸ ਪਸੰਦ ਨਹੀਂ ਕਰਦੇ। ਥੈਂਕਸ ਟੂ ਗੋਦੀ ਮੀਡੀਆ ਐਂਡ ਸਿਗਮਾ ਰੀਲ ਆਫ ਮੋਦੀ ਜੀ ਜਾਂ ਫਿਰ ਜੈਸ਼ਾ ਸ਼ੰਕਰ ਜੀ ਦੀ। ਗੋਦੀ ਮੀਡੀਆ ਦੀਆਂ ਗੱਲਾਂ ਸਮਝ ਤੋਂ ਪਰੇ ਨਹੀਂ ਹੈ, ਸਭ ਕੁਝ ਲੋਕਾਂ ਦੇ ਸਾਹਮਣੇ ਹੀ ਹੈ। ਇਹਨਾਂ ਦਾ ਵਕਾਲਤਪੁਣਾ ਹੀ ਨਹੀਂ ਮੁੱਕਦਾ। ਮਤਲਬ ਟਰੰਪ ਨੇ ਵਿਸ਼ ਕਰਤੀ ਮੋਦੀ ਸਾਹਿਬ ਨੂੰ, ਇਹਦੇ ਵਿੱਚ ਹੀ ਉਛਲੀ ਜਾਂਦੀ ਹੈ ਗੋਦੀ ਮੀਡੀਆ ਤੇ ਗੋਦੀ ਮੀਡੀਆ ਦੇ ਅੰਧ ਭਗਤ। ਮੈਂ ਜਿਸ ਜਿਮ ਦੇ ਵਿੱਚ ਜਾਣਾ ਹੈ ਉਹ ਤੇ ਜਿਮ ਦੇ ਵਿੱਚ ਵੀ ਕਈ ਇਹੋ ਜਿਹੇ ਲੋਕ ਆਉਂਦੇ ਆ ਤੇ ਉਹ ਕਹਿੰਦੇ ਜੀ ਲਓ ਟਰੰਪ ਨੇ ਤਾਂ ਵਿਸ਼ ਕਰਤੀ, ਹੁਣ ਤਾਂ ਟ੍ਰੇਡਿੰਗ ਤੇ ਟੈਰਿਫ ਟੂਰਿਫ ਸਭ ਗਿਆ, ਤੇਲ ਲੈਣ ਸਭ ਟੈਰਿਫ ਖਤਮ ਕਰ ਦੇਣੇ ਆ ਟਰੰਪ ਨੇ। ਤੇ ਕਿਉਂਕਿ ਮੋਦੀ ਸਾਹਿਬ ਦਾ ਆਓ ਭਗਤੀ ਬੜੀ ਵਧੀਆ ਹੁੰਦੀ ਹੈ, ਉਹਨਾਂ ਦੇ ਫਰੈਂਡਸ ਨੇ ਉਹ ਬੈਸਟ ਫਰੈਂਡ ਫੋਰ ਐਵਰ। ਪਰ ਬੈਸਟ ਫਰੈਂਡ ਫੋਰ ਐਵਰ ਪਿੱਠ ਵਿੱਚ ਛੁਰਾ ਨਹੀਂ ਖੋਪਦੇ ਹੁੰਦੇ। ਤਾਂ ਜਿਹੜੇ ਮੋਦੀ ਸਾਹਿਬ ਦੇ ਪਿੱਠ ਦੇ ਵਿੱਚ ਤੁਸੀਂ ਪਿੱਠ ਦੇਖੋ ਨਾ, ਉਹਨਾਂ ਦੀ ਛੁਰਿਆਂ ਨਾਲ ਇਦਾਂ ਛੰਨੀ ਹੋਈ ਪਈ ਹੈ ਟਰੰਪ ਦੇ ਦੁਆਰਾ, ਠੀਕ ਹੈ ਜੀ। ਕਿਉਂਕਿ ਇੱਕ ਤਰਫ ਤਾਂ ਉਹ ਬਰਥਡੇ ਦੀ ਵਿਸ਼ ਕਰ ਰਿਹਾ ਟਵੀਟ ਦੇ, ਦੂਜੇ ਪਾਸੇ ਉਹੀ US, ਉਹੀ ਟਰੰਪ ਇੰਡੀਆ ਦਾ ਇੱਕ ਇੰਪੋਰਟੈਂਟ ਫੋਰਨ ਪੋਰਟ ਸ਼ਬਾਰ ਪੋਰਟ, ਉਹਦੇ ਤੇ ਸੈਕਸ਼ਨ ਲਗਾ ਰਿਹਾ ਜਿਹੜਾ ਕਿ ਕਈ 7-8 ਸਾਲ ਪੁਰਾਣਾ ਹੈ, ਜੋ ਇੱਕ ਇੰਡੀਆ ਨੂੰ ਇੱਕ
ਓਪਰਚੁਨਿਟੀ ਸੀ ਕਿ ਅਫਗਾਨਿਸਤਾਨ ਤੇ ਸੈਂਟਰ ਏਸ਼ੀਆ ਦੇ ਵਿੱਚ ਪਹੁੰਚਣ ਦੇ ਲਈ ਇੱਕ ਕ੍ਰਿਟੀਕਲ ਰਸਤਾ ਸੀ ਜਿਹੜਾ ਕਿ ਬਲੌਕ ਹੋ ਜਾਏਗਾ। ਬਹੁਤ ਹੀ ਇੰਪੋਰਟ ਐਕਸਪੋਰਟ ਦਾ, ਟ੍ਰੇਡ ਦਾ ਬਹੁਤ ਇਫੈਕਟ ਪਏਗਾ ਇੰਡੀਅਨ ਮਾਰਕੀਟ ਦੇ ਉੱਤੇ। ਸੋ ਇਹ ਟਰੰਪ ਦੇ ਦੁਆਰਾ ਇੰਡੀਆ ਦੇ ਉੱਤੇ ਨਾ ਪ੍ਰੈਸ਼ਰ ਬਣਾਇਆ ਜਾ ਰਿਹਾ, ਜਿਹੜਾ ਕਿ ਸਾਡੀ ਸੋ ਕਾਲਡ ਗੋਦੀ ਮੀਡੀਆ ਨੂੰ ਸਮਝ ਦੇ ਵਿੱਚ ਨਹੀਂ ਆਉਣ ਡਿਆ। ਇਹ ਸਿਗਮਾ ਰੀਲ ਤੇ ਮੋਦੀ ਜੀ ਦੀ ਜੋ ਸ਼ਾਨ ਸ਼ਾਖਾ ਦੇ ਵਿੱਚ ਜਿਹੜਾ ਵਾਅਦਾ ਕਰਨਾ ਚਾਹੁੰਦੇ ਆ। ਦੇਖਿਆ ਜਾਵੇ ਦੂਜੇ ਪਾਸੇ ਪਾਕਿਸਤਾਨ ਦੇ ਸੰਬੰਧ ਚਾਈਨਾ, ਸਾਊਦੀ ਅਰੇਬੀਆ, ਯੂਐਸ, ਈਰਾਨ ਸਭ ਦੇ ਨਾਲ ਵਧੀਆ ਹੈ। ਇਹਨਾਂ ਦੀ ਫੋਰਨ ਪਾਲਿਸੀਜ਼ ਵਧੀਆ ਹੈ, ਪਰ ਯੂਐਸ ਚਾਹਵੇ ਤਾਂ ਇੰਡੀਆ ਦੀ ਸਾਰੀਆਂ ਫੋਰਨ ਪਾਲਿਸੀਜ਼ ਨੂੰ ਇੱਕੋ ਝਟਕੇ ਦੇ ਵਿੱਚ ਖਤਮ ਕਰ ਸਕਦਾ। ਸੋ ਇਹ ਜਿੰਨੀਆਂ ਵੀ ਗੱਲਾਂ ਮੈਂ ਹੁਣ ਕੀਤੀਆਂ ਨਾ ਤੁਹਾਡੇ ਸਾਹਮਣੇ, ਇਹ ਸਾਰੀਆਂ ਗੱਲਾਂ ਕੋਈ ਹਵਾ ਵਿੱਚ ਨਹੀਂ ਕੀਤੀਆਂ, ਇਹ ਬਿਲਕੁਲ ਸੱਚ ਤੇ ਟਰੂ ਆ। ਮਤਲਬ ਸਾਡੀ ਗੋਦੀ ਮੀਡੀਆ ਨੂੰ ਸਿਰਫ TRP ਦੇ ਨਾਮ ਤੇ ਮਤਲਬ ਆਲਤੂ ਤੇ ਫਾਲਤੂ ਜਿਹੜੀਆਂ ਖਬਰਾਂ ਦੇਣੀਆਂ ਹੁੰਦੀਆਂ, ਪਰ ਸੱਚ ਲੋਕਾਂ ਸਾਹਮਣੇ ਨਹੀਂ ਰੱਖਣਾ ਹੁੰਦਾ। ਇਹ ਤਾਂ ਥੈਂਕਸ ਟੂ ਚੰਗੇ ਕ੍ਰੀਏਟਰ ਜਿਹੜੇ ਇਹ ਗੱਲਾਂ ਸਾਹਮਣੇ ਰੱਖਦੇ ਆ। ਸੋ ਅੱਜ ਦੀ ਇੱਕ ਵੀਡੀਓ ਦੇਖਾਂਗੇ ਕਿ ਜਿਹੜੀ ਪਾਕਿਸਤਾਨ ਤੇ ਸਾਊਦੀ ਦੀ ਜੋ ਟ੍ਰੀਟੀ ਹੋਈ ਹੈ, ਜੋ ਇੱਕ ਤਰ੍ਹਾਂ ਦਾ ਇਸਲਾਮਿਕ ਨੈਟੋ ਬਣਨ ਜਾ ਰਿਹਾ ਹੈ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਕੋਈ ਵੀ ਇਸਲਾਮਿਕ ਦੇਸ਼ ਕੱਲ ਨੂੰ ਇਹਦੇ ਵਿੱਚ ਦਾਖਲ ਹੋ ਸਕਦਾ ਹੈ, ਜਿਹਦੇ ਵਿੱਚ ਕਤਰ, UAE ਇਹ ਵੀ ਸ਼ਾਮਲ ਹੋ ਸਕਦੇ ਆ। ਕਿਉਂਕਿ ਦੇਖੋ ਜਿਹੜਾ ਜਿਹੜਾ ਇਜ਼ਰਾਈਲ ਹੈ, ਇਹ ਦੇਖੋ ਸਾਰੇ ਨਾਲ ਪੰਗੇ ਲੈਣ ਡਿਆ। ਇਹਦਾ ਕੋਈ ਪਤਾ ਨਹੀਂ ਲੱਗਦਾ ਵੀ ਸਵੇਰੇ ਉੱਠ ਕੇ ਇਹ ਕਿਹੜੇ ਦੇਸ਼ ਤੇ ਹਮਲਾ ਕਰਦੇ, ਠੀਕ ਹੈ, ਜਿਹਦੇ ਵਿੱਚ ਹੁਣ ਈਰਾਨ, ਸੀਰੀਆ, ਲਿਬਨਾਨ, ਕਤਰ ਇਹੋ ਜਿਹੇ ਦੇਸ਼ ਸ਼ਾਮਲ ਹੈ, ਠੀਕ ਹੈ। ਤਾਂ ਹੁਣ ਇਹਨਾਂ ਸਾਰਿਆਂ ਨੂੰ ਕਤਰ ਹੋ ਸਕਦਾ ਹੈ ਕਿ ਉਧਰ ਕਰ ਲੇ, ਪਰ ਕਤਰ ਨੇ ਦੇਖੋ ਪੁੱਠਾ ਕੰਮ ਕੀਤਾ, ਉਹ ਜਾ ਕੇ USA ਨਾਲ ਗੱਲਬਾਤ ਕਰਨ ਡਿਆ। ਐਨੀ ਹਾਓ, ਸੋ ਦੇਖਦੇ ਹਾਂ ਅੱਜ ਦੀ ਇੱਕ ਵੀਡੀਓ ਕਿ ਜੇਕਰ ਕੱਲ ਨੂੰ ਪਾਕਿਸਤਾਨ ਸਾਊਦੀ ਦੇ ਉੱਤੇ ਕੋਈ ਅਟੈਕ ਕਰਦਾ ਤਾਂ ਕੀ ਪਾਕਿਸਤਾਨ ਉਹਦੀ ਨਿਊਕਲੀਅਰ ਨਾਲ ਹੈਲਪ ਕਰੂਗਾ ਜਾਂ ਹੋਰ ਵੀ ਇਦਾਂ ਦੀ ਚੀਜ਼ਾਂ ਅੱਜ ਦੀ ਵੀਡੀਓ 'ਚ ਦੇਖਾਂਗੇ, ਜਾਣਾਂਗੇ, ਸੁਣਾਂਗੇ, ਸਮਝਾਂਗੇ। ਵੀਡੀਓ ਦੇਖੋ ਬਿਲਕੁਲ ਐਂਡ ਤੱਕ ਪੂਰੀ। ਆਓ ਦੇਖੀਏ। ਹੁਣ ਤੁਸੀਂ ਸਾਨੂੰ ਆਪਦੀ ਸਪੋਰਟ ਇਸ ਤਰ੍ਹਾਂ ਵੀ ਦਿਖਾ ਸਕਦੇ ਹੋ, ਸਾਡੇ ਲਈ ਸੁਪਰ ਥੈਂਕਸ ਨੂੰ ਬਾਏ ਕਰਕੇ ਜਸਟ ਇੱਥੇ ਕਲਿੱਕ ਕਰੋ ਤੇ ਜਿੰਨੀ ਵੀ ਅਮਾਉਂਟ ਤੁਸੀਂ ਸਾਨੂੰ ਭੇਜਣਾ ਚਾਹੁੰਦੇ ਹੋ, ਜਿੰਨੀ ਕਿ ਤੁਸੀਂ ਸਾਨੂੰ ਭੇਜ ਸਕਦੇ ਹੋ, ਕੋਈ ਜ਼ਰੂਰੀ ਨਹੀਂ, ਪਰ ਜੇ ਤੁਸੀਂ ਸਾਨੂੰ ਸਪੋਰਟ ਦਿਖਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਸੁਪਰ ਥੈਂक्स ਨੂੰ क्लिक करके सपोर्ट दिखाओ। सऊदी अरब के लिए, या यूं कहूं कि सऊदी अरब को बचाने के लिए पाकिस्तान अपने परमाणु बम का इस्तेमाल करेगा। जो एग्रीमेंट पाकिस्तान और सऊदी अरब के बीच हुआ है, डिफेंस एग्रीमेंट, उसके अंदर यह क्लियर कट बात कही गई है। पाकिस्तान ने वादा किया है कि अगर सऊदी अरब पर हमला हुआ तो वो हम अपने ऊपर मानेंगे और सऊदी अरब को बचाने के लिए अपने परमाणु हथियारों का भी इस्तेमाल करेंगे। अल्लाह अच्छा, इस डील की मैंने आपको कल ही कह दिया था, ये ऐतिहासिक डील है। इस डील की सबसे बड़ी बात ही यही है कि भैया पाकिस्तान तो परमाणु दाग देगा सऊदी को बचाने के लिए, इस समय सऊदी अरब भी गदगद है और पूरी तरह से पाकिस्तान के साथ है। नेटो अरब की सेना की ये शुरुआत हो चुकी है। ऐसा लग रहा है कि जैसे नेटो है जिसमें कई सारे देश है और उनका पूरी दुनिया में दबदबा है, ऐसा ही अब अरब का एक अलग नेटो बनने की शुरुआत हो चुकी है। क्योंकि जैसे ही मोहम्मद बिन सलमान और पाकिस्तान ने ये डील की है, तुरंत UAE और कतर भी, जी हाँ अल्लाह अकबर, UAE और कतर भी सोच रहे हैं कि हम भी सऊदी अरब और पाकिस्तान के इस ग्रुप में शामिल। पाकिस्तानी PM ਨੂੰ ਬੜਾ ਵਧੀਆ ਪ੍ਰੋਟੋਕੋਲ ਦਿੱਤਾ ਗਿਆ ਸਾਊਦੀ ਦੇ ਦੁਆਰਾ। ਜਦੋਂ ਪਲੇਨ ਜਿਹੜਾ ਜੀ ਸ਼ਾਬਾਸ਼ ਸ਼ਰੀਫ ਸੀ ਉਹ ਜਾ ਰਿਹਾ ਸੀ ਤਾਂ ਫਾਈਟਰ ਜੈਟਸ ਆਫ ਸਾਊਦੀ ਅਰੇਬੀਆ ਉਹਨਾਂ ਨੂੰ ਪ੍ਰੋਟੋਕੋਲ ਦੇ ਰਹੇ ਸੀਗੇ, ਦੋ ਇੱਧਰ। क्या बात है। हो जाए तो जी हाँ मुसलमानों, ये है इस्लामिक सेना की शुरुआत, अरब सेना की, मुस्लिम सेना की शुरुआत। ये डिफेंस का पूरा सर्कल बन जाए तो अरब देश और मुस्लिम देश काफी मजबूत होंगे। दोस्तों इसके अलावा बड़ी बात यह है कि सऊदी अरब ने खेल किया है इस बार अमेरिका के साथ, यानी ये जब डील मोहम्मद बिन सलमान करने जा रहे थे पाकिस्तान से, तो जानकारी अमेरिका को नहीं दी थी, बल्कि यूं कहूं कि जब लगभग डील हो गई तब सऊदी अरब ने पाकिस्तान और अपने बारे में बताया कि हाँ जी हमने डील डिफेंस की है और इस डील के अंदर ये है। अब मैंने ये कल कह दिया था, आप खुद गवाह हैं इस बात के कि पाकिस्तान और सऊदी अरब की इस डील से भारत को तकलीफ और भारत को बड़ा खतरा होगा। लेकिन भारत ने कहा कि हमें अंदेशा था, हमें पहले से पता था कि इन दोनों के बीच खिचड़ी पक रही है और ऐसी डील होने वाली है। फिलहाल हम रिव्यू कर रहे हैं, हालात देख रहे हैं और आगे हम अपने आप को बचाने के लिए हर संभव कदम उठाएंगे। वहीं GCC गल्फ कॉर्पोरेशन काउंसिल की भी हो रही है साथ में मीटिंग, लगभग वो मीटिंग हो चुकी है जिसमें तमाम अरब देश राजी हो गए हैं कि हम अपने अपने देशों से जो इंटेलिजेंस है एक दूसरे से शेयर करेंगे और ज्यादा शेयर करेंगे। हम सब मिलकर अपने रडार और डिफेंस सिस्टम को मजबूत और ताकतवर बनाएंगे। वहीं कतर के मिनिस्टर और लॉयर्स पहुंच चुके हैं ICC इंटरनेशनल क्रिमिनल कोर्ट में, यह पता करने के लिए, इंक्वायरी करने के लिए, सवाल करने के लिए, रास्ता ढूंढने के लिए कि हम इजराइल के खिलाफ क्या क्या कदम उठा सकते हैं। वहीं इजराइल आदत से मजबूर आतंकी हमले लेबनान पर कर रहा है। आइए लेबनान पर जो उसने हमले किए हैं जरा इन मंजर को देखिए। याद रखिए दुनिया ये समझ ले कि इजराइल ने कहा है कि लेबनान से हमारा सीज फायर है और सीज फायर के बाद अगर एक भी गोली चलती है तो कहा जाता है कि कानून का उल्लंघन है। इधर इजराइल तो रोज लेबनान पर इसी तरह की बमबारी कर रहा है। ये जो तस्वीरें देख रहे हैं इसमें भी दर्जनों लेबनान के लोग घायल हैं और कई मारे गए हैं। वहीं अच्छा ਇਹਦੇ ਵਿੱਚ ਦੇਖੋ ਤੁਸੀਂ ਜਿਹੜਾ ਅਮਰੀਕਾ ਨਾ, ਅਮਰੀਕਾ ਇਜ਼ਰਾਈਲ ਨੂੰ ਬਲਾਈਂਡ ਸਪੋਰਟ ਦੇ ਰਿਹਾ, ਖੁੱਲ ਕੇ ਸਾਹਮਣੇ ਨਹੀਂ ਆ ਰਿਹਾ, ਪਿੱਛੋਂ ਉਹਨੂੰ ਹੱਲਾਸ਼ੇਰੀ ਦੇ ਰਿਹਾ ਵੀ ਕੋਈ ਨਾ ਲੱਗਾ ਰਹੇ।
को पीछे करते हुए लेबनान की सरकार लिथानी रिवर के करीब 4000 से ज्यादा लेबनीज ऑफिशियल सेना को तैयार कर रही है, तैनात कर रही है। ये लेबनान का हाल बताया। आइए अब मैं आपको सीरिया का हाल बताऊं, जिसको आप अपना कहते हैं जोलानी। ये देखिए, एक तरफ इजराइल कह रहा है कि हम सीरिया से डील कर रहे हैं, और इधर देखिए सीरिया के अंदर इजराइल की सेना नए नए इलाकों और नई नई बस्तियों में रेड कर रही है, लोगों को गिरफ्तार कर रही है, मार रही है, पीट रही है और अपने कदम जमा रही है। सीरिया की सरकार के सर पर चढ़कर इजराइल मूत रहा है, और सीरिया के ऑफिशियल्स और विदेश मंत्री आप देखिए अमेरिका पहुंचे हैं, और अमेरिकी गवर्नमेंट के ऑफिशियल और मिनिस्टर से उन्होंने मुलाकात की है। ये है जोलानी। हजरत जोलानी ने अपनी चड्डी उतार दी कि इजराइल पापा आप जो चाहो ले लो, लेकिन अगला आदमी सब कुछ नोचने पर उतारू है। मैप को देखिए, जहां गोलान हाइट है, इजराइल ने कहा कि यहां पर सेना नहीं होनी चाहिए किसी की, हम यहां पर मौजूद रहेंगे। बफर जोन बढ़ाए सीरिया, जहां पर कोई भी मूवमेंट ना हो। साथ ही शर्त हमारी है कि दमिश्क से लेकर हमारे बॉर्डर तक कोई फ्लाई जोन ना हो, कोई सेना ना हो, और सीरिया हमें रास्ता दे कि हम उनके हवाई एरिया का इस्तेमाल, यानी सीरिया के एयर स्पेस का इस्तेमाल करके ईरान पर हमला कर सकें। और ये हिजड़ा जोलानी ये काम कर देगा, ये लिख के ले लो, इजराइल की बात मानेगा और पिटेगा भी बाद में। जोलानी ने तो खुद अपने मुंह से कह दिया कि इस साल के आखिर तक हम इजराइल से डील कर लेंगे। अब अमेरिका का हरामीपन देखिए, यूएन के अंदर रेजोल्यूशन लाया एक बार फिर से कि गाजा के अंदर जेनोसाइड हो रहा है और जंग को तुरंत बंद किया जाए। अमेरिका ने वीटो पावर का इस्तेमाल किया और इस फैसले को पास होने से रोक दिया। और इसी अमेरिका के राष्ट्रपति डोनाल्ड ट्रंप को नोबेल प्राइज चाहिए, शांति अवार्ड चाहिए। अबे यार ये जड़ा मतलब ना सब पासे बस आपदे आप दिखाना चाहता कि मैं बेस्ट हाँ। कमाल है यार कि जिंदगी वो सीधा ना चल पाए। वहीं यूरोप के कुछ बेगैरत देश अभी भी इजराइल पर पाबंदी लगाने के लिए राजी नहीं हो रहे हैं। इजराइल के खतरनाक हमलों में एक और नौजवान फिलिस्तीनी लड़की की जो पत्रकार थी मारी गई है। वहीं नेतन्याहू ने कहा है अपने ताज़ा बयान में कि इस जंग से हमने सीखा है कि हमें हथियार खुद बनाने होंगे और हथियारों की निर्भरता दूसरों पर से खत्म करनी होगी। לכן הכלכלה של ישראל, יחד עם הטכנולוגיה שלנו, מייצרת עוצמה בינלאומית אדירה. אבל עדיין צריך מה שנקרא את היעד הנוסף, ישראל מפולגת, אדוני. רק שנייה, שאלת אותי קודם כל כלכלית, אני נותן לך פשוט כלל כלכלי, אני חושב שאני קצת מבין בזה. ואני אומר לך שהעולם רוצה את המוצרים שלנו, הוא רוצה את השירותים שלנו, הוא רוצה את החדשנות שלנו. ולכן יש שוק עולמי, וזה לא משנה אם יטילו עליך איזה מס כזה או אחר, זה לא משפיע עלינו. אני לא מזלזל בזה, אבל זה לא דבר שמכריע. שיש לך कलकला कुलकला। वहीं WHO ने वार्निंग जारी कर दिया कि गाजा के अंदर जो हॉस्पिटल है वो पूरी तरह से कोलैप्स होने वाले हैं, पूरी तरह से काम करना बंद करने वाले हैं, क्योंकि वहां पर ना ईंधन है, ना लाइट है और ना इंस्ट्रूमेंट है, और इजराइल पूरी तरह से गाजा को मिटाने की तैयारी में है। इजराइल गाजा के अंदर क्या कर रहा है मैं आपको बता नहीं सकता, लेकिन जो तस्वीरें आपको दिख रही हैं उससे आप चीजें समझ सकते हैं। यार खत्म करता यार इजराइल ने जमा। अल्लाहु अकबर। अब जरा बाजू में लगे हुए मेरे इस तस्वीर को देख लीजिए। ये देखिए इजराइल किस तरह से गाजा सिटी में खौफनाक बम दाग रहा है। छोटे मोटे बम नहीं, जब बम गिरता है, टकराता है बिल्डिंग पे, तो बिल्डिंग फिर गायब हो जाती है और आसपास सिर्फ धुआं नजर आता है। अमेरिका में मौजूद है इस वक्त डोनाल्ड ट्रंप के सामने ब्रिटेन के प्रधानमंत्री ने कहा कि हम कोशिश कर रहे हैं कि गाजा की सिचुएशन, जो वहां तस्वीरें खराब आ रही है भुखमरी की, वो उसको ठीक कर सके। और डोनाल्ड ट्रंप ने कहा कि गाजा और इजराइल की सिचुएशन जो है काफी कॉम्प्लेक्स है, लेकिन हमें यकीन है कि वो बहुत जल्द ठीक हो जाएगी। यानी बैलेंस करने की बातें हो रही हैं। यही सब वही देश है जो गाजा में जेनोसाइड करवा रहे हैं। ब्रिटेन के प्रधानमंत्री और डोनाल्ड ट्रंप के बीच बहस होते होते रह गई। डोनाल्ड ट्रंप ने साफ कहा कि बर्तानिया के जो प्रधानमंत्री हैं, गवर्नमेंट है, मैं उनकी बात से कुछ बात से सहमत नहीं हूं। यानी जो ब्रिटेन फिलिस्तीन को मान्यता देने की बात कह रहा था, उस पर ही ट्रंप ने कहा कि ब्रिटेन की जो कुछ बातें हैं, कुछ चीजें हैं, मैं उनसे सहमत नहीं हूं। तो उसके बाद ब्रिटेन के प्रधानमंत्री ने कहा कि जो भी हो, गाजा में जो भी फ्यूचर में सरकार आएगी, हमास किसी भी पार्टी में किसी भी जगह हिस्सा नहीं लेगा और हमास गाजा में नहीं होगा। इस पर ट्रंप ने कहा कि हाँ, ये आपने बात अच्छी कही। Organisation who can have no part in any future governance in Palestine. And what happened on October the 7th was the worst attack since the Holocaust. We have extended family in Israel. I understand firsthand the psychological impact that had across Israel. So I know exactly where I stand in relation to Hamas. Hamas, of course, don't want a two-state solution. They don't want peace. They don't want. ब्रिटेन के ਯਾਰ ਵੈਸੇ ਵੇਖਿਆ ਜਾਵੇ ਤੁਸੀਂ ਗੱਲ ਨੂੰ ਸਮਝੋ ਵੀ ਜਿਹੜੇ ਆ ਸੂਟਡ ਬੂਟਡ ਜੇ ਬੰਦੇ ਆ ਕਠਪੁਤਲੀਆਂ ਹੀ ਆ ਵੀ ਇਹ ਸੂਟ ਬੂਟ ਜੇ ਪਾ ਕੇ ਕਦੇ ਉਧਰ ਚਲ ਗਏ ਕਦੇ ਉਧਰ, ਸਿਰਫ ਇਹਨਾਂ ਦੀ ਜ਼ਬਾਨ ਚੱਲਦੀ ਹੈ ਤੇ ਇਹਨਾਂ ਦੀ ਜ਼ਬਾਨ ਤੇ ਹੀ ਦੇਖੋ ਕਿੰਨੀ ਕਿੱਡੀ ਵੱਡੀ ਦੁਨੀਆ ਤਬਾਹ ਹੋ ਸਕਦੀ ਹੈ, ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਸਕਦੀ ਹੈ ਸਿਰਫ ਇਹਨਾਂ ਦੀਆਂ ਜ਼ਬਾਨਾਂ ਤੇ। ਏਡੇ ਪਾਵਰਫੁਲ ਲੋਕ ਹੈ ਇਹ, ਤੇ ਇਹ ਚਾਹੁਣ ਨਾ ਸਾਰੇ ਚਾਹੁਣ ਤੇ ਇਹ ਗਜ਼ਾ ਦੇ ਵਿੱਚ ਜੋ ਵੀ ਚੀਜ਼ਾਂ ਹੋ ਰਹੀਆਂ ਨਾ ਇਹ ਇਦਾਂ ਬੰਦ ਕਰਾ ਦੇਣ, ਪਰ ਇਹਨਾਂ ਨੇ ਕਰਾਉਣੀਆਂ ਨੇ। ठीक है, ਇਹਦੇ ਪਿੱਛੇ ਸਾਜ਼ਿਸ਼ਾਂ ਪੂਰੀਆਂ, ਸਮਝੋ ਇਹਨਾਂ ਚੀਜ਼ਾਂ ਨੂੰ। कि डोनाल्ड ट्रंप आप ही वो इंसान हैं अकेले इस दुनिया में जो आप नेतन्याहू को रोक सकते हैं। इस पर ट्रंप ने कहा कि हाँ, वो मैं ही हूं, लेकिन 7 अक्टूबर को जो हुआ वो काफी खतर, यानी आप समझ रहे हैं, 7 अक्टूबर को जो हुआ सबको पता है, नेतन्याहू ने जानबूझकर वो होने दिया ताकि इजराइल को मौका मिले, अमेरिका को मौका मिले, और आज ये खेल रहे हैं सबके साथ। ये हो रहा है, ये चीजें दुनिया को दिख रही हैं, लेकिन अंधेर नगरी और चौपट दुनिया। हर आदमी जिस हिसाब से
फिलिस्तीनियों पर, मुसलमानों पर जुल्म कर सकता है, वो कर रहा है। हालात इतने खराब है, ये देखिए नई तस्वीर बिल्कुल, गाजा के लोग नाव के जरिए, बोट के जरिए गाजा से बाहर भाग रहे हैं, या इजराइल अपने ड्रोन से, अपने कोस्ट गार्ड से इनको कत्ल करवा देगा, ये किसी को नहीं पता। लग रहा होगा कि नहीं ऐसा कुछ नहीं है, खतरनाक हमला नहीं कर रहा है इजराइल। हमले के बाद का मंजर देखिए और इमेजिन कीजिए, अल्लाह ना करे आप यहां होते तो आपको ये शायद डर महसूस होता और इस माहौल को आप शायद समझते। देखिए, वाहिगुरु वाहिगुरु। يعني كما نشاهد في الصورة الغارات الإسرائيلية المتواصلة على مدينة غزة منذ صباح اليوم. لم تتوقف هذه الغارات الإسرائيلية التي تستهدف منازل ومراكز اللواء في المناطق الغربية لمدينة غزة. نتحدث عن سلسلة غارات إسرائيلية متواصلة منذ صبيحة هذا اليوم حتى اللحظة. चलिए अब मैं आपको वेस्ट बैंक लेके चलूं, जरा इस तस्वीर को देखिए। वेस्ट बैंक के अंदर फिलिस्तीनियों के मकानों को दिन के उजाले में तोड़ा जा रहा है और दुनिया चुपचाप देख रही है। फ्रांस के राष्ट्रपति इमैनुअल मैक्रोन ने कहा कि सबसे बेहतरीन तरीका है हमास को आइसोलेट करने का, काट के अलग फेंकने का, कि फिलिस्तीन को मान्यता दे दी जाए। हालांकि अमेरिका, इजराइल और कई देश फ्रांस के राष्ट्रपति इमैनुअल मैक्रोन के इन्हीं बातों की वजह से फ्रांस से चिड़े हुए हैं। हज़रात, हमास ने किया है खतरनाक ऐलान, कह दिया कि जो हमारे पास इजरायली हॉस्टेज थे हमने उन्हें पूरे गाजा में फैला दिया है चारों तरफ, और हमें उनकी जान की कोई परवाह नहीं है। इजराइल जब उन्हें हमला करेगा, कहीं मारेगा तो वो मारे जाएंगे, और अगर उन्हें कोई फिक्र नहीं है तो हम क्यों फिक्र। उधर हूथीज यानी यमन और सऊदी अरब के बीच लगभग अब जंग की शुरुआत हो गई है। हूथीज ने आधिकारिक ऐलान करते हुए, ऑफिशियल स्टेटमेंट जारी करते हुए कहा कि सऊदी अरब का तेल इस्तेमाल करके इजराइल के फाइटर जेट हमारे ऊपर हमला कर रहे हैं। आसान कर देता हूं, यमन का हूथीज ने कहा है कि इजराइल के फाइटर जेट सऊदी अरब आ रहे हैं, सऊदी अरब का तेल भर रहे हैं और फिर वो यमन पर हमला कर रहे हैं। वहीं जो मैंने आपको पहले भी बताया, फिर बताऊंगा, बल्कि दिखाऊंगा, यह है इजराइल और इजराइल के हालात। इजराइल के अंदर इजरायली अल्ट्रा ऑर्थोडॉक्स इजराइल की सरकार के खिलाफ, सेना के खिलाफ प्रदर्शन कर रहे हैं, क्योंकि इजराइल इनको जबरदस्ती सेना में शामिल करना चाह रहा है और अल्ट्रा ऑर्थोडॉक्स और दूसरे इजरायली इजराइल की सेना में शामिल होना नहीं चाह रहे हैं। तो आप देख सकते हैं कि सड़कों पर इजराइल के अल्ट्रा ऑर्थोडॉक्स प्रदर्शन कर रहे हैं और इजराइल की मिलिट्री और पुलिस इन्हें रोकने की नाकाम कोशिश कर रही है। हजरात, वहीं तुर्की ने साइप्रस और इजराइल को धमकी दी है कि जिस तरह से तुर्की साइप्रस को हथियार दिए जा रहा है और साइप्रस डायरेक्ट हमारे लिए यानी तुर्की के लिए खतरा बन रहा है, इसका जवाब दिया जाएगा और इसके परिणाम। ਵਾਹ ਜੀ ਵਾਹ ਯਾਰ, ਤੁਸੀਂ ਇੱਕ ਗੱਲ ਨੂੰ ਸਮਝੋ ਵੀ ਦੁਨੀਆ 'ਚ ਹੋਣ ਕੀ ਡਿਆ। ਮਤਲਬ ਦੇਖੋ ਸਾਰੇ ਦੇਸ਼ਾਂ ਦੇ ਵਿਚਕਾਰ ਕੀ ਹੋਣ ਡਿਆ, ਤੇ ਸਾਰੇ ਦੇਸ਼ ਆ ਜਿਹੜੇ ਹੁਣ ਨਾ ਇਜ਼ਰਾਈਲ ਤੇ ਗਜ਼ਾ ਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਗਜ਼ਾ ਦੇ ਵਿੱਚ, ਉਹਨਾਂ ਦੇ ਉੱਤੇ ਟਿੱਪਣੀ ਕਰ ਰਹੇ ਆ। ਸਾਰੇ ਜਣੇ ਕਹਿ ਰਹੇ ਆ ਕਿ ਬੰਦ ਹੋਣਾ ਚਾਹੀਦਾ, ਬਸ ਕਹਿ ਹੀ ਰਹੇ ਆ, ਕਰਨ ਦੀ ਕੋਸ਼ਿਸ਼ ਮੇਰੇ ਖਿਆਲ ਕੋਈ ਵੀ ਨਹੀਂ ਕਰ ਰਿਹਾ। ਸਾਰੇ ਹਜੇ ਤੱਕ ਸਿਰਫ ਸਟੇਟਮੈਂਟਸ ਹੀ ਦੇ ਰਹੇ ਆ ਤੇ ਕੋਈ ਵੀ ਮਤਲਬ ਜਾ ਕੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਠੀਕ ਹੈ, ਤਾਂ ਦੇਖੋ ਅਮਰੀਕਾ ਚਾਹਵੇ ਤਾਂ ਯਾਰ 1-2 ਦਿਨ 'ਚ ਹੀ ਬੰਦ ਕਰਾ ਦੇ ਸਾਰਾ ਕੁਝ ਦਿਨਾਂ 'ਚ ਹੀ, ਠੀਕ ਹੈ, ਕੁਝ ਘੰਟਿਆਂ 'ਚ ਹੀ, ਪਰ ਉਹ ਨਹੀਂ ਕਰ ਰਿਹਾ। ਸਭ ਨੂੰ ਪਤਾ ਯਾਰ, ਸਭ ਨੂੰ ਸੱਚ ਪਤਾ, ਪਰ ਇਹ ਖਬਰਾਂ ਕਦੇ ਵੀ ਤੁਹਾਨੂੰ ਨਾ ਸੋਸ਼ਲ ਮੀਡੀਆ ਤੇ ਨੈਸ਼ਨਲ ਜਿਹੜੇ ਚੈਨਲਸ ਆ ਉਹਨਾਂ ਤੇ ਇੱਕ ਪ੍ਰੋਪਰ ਸ਼ੋਅ ਬਣਾ ਕੇ ਤੁਹਾਨੂੰ ਨਹੀਂ ਦਿਖਾਇਆ ਜਾਣਗੀਆਂ। ਹੁਣ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਕਿੰਨੀਆਂ ਨਵੀਆਂ ਚੀਜ਼ਾਂ ਸੁਣੀਆਂ, ਪੂਰੇ ਦੇਸ਼ ਭਰ ਦੇ ਵਿੱਚ, ਪੂਰੇ ਆਲ ਅਰਾਊਂਡ ਦਾ ਵਰਲਡ ਕੀ ਗੱਲਾਂ ਬਾਤਾਂ ਹੋ ਰਹੀਆਂ, ਕੀ ਸਿਚੁਏਸ਼ਨਸ ਹੈ। ਇਹ ਜਿਹੜੀ ਇਹ ਵਾਰ ਚੱਲ ਰਹੀ ਹੈ ਇਹ, ਠੀਕ ਹੈ, ਇਹ ਕਿਤੇ ਇਹ ਭਿਆਨਕ ਰੂਪ ਨਾ ਲੈ ਲੇ ਜਿਹਦੇ ਕਰਕੇ ਜਿਹਦਾ ਖਾਮਿਆਜ਼ਾ ਭੁਗਤਣਾ ਸੌਖਾ ਨਾ ਹੋਵੇ ਸਾਰਿਆਂ ਦੇ ਲਈ। ਠੀਕ ਹੈ, ਅਸੀਂ ਆਪਦੇ ਘਰਾਂ ਦੇ ਵਿੱਚ ਆਪਦੀਆਂ ਮਿਲਟਰੀਜ਼ ਦੇ ਕਰਕੇ ਸੇਫ ਬੈਠੇ ਆ। ਇੱਕ ਵਾਰੀ ਨਾ ਬਸ ਇੱਕ ਕਮੈਂਟ ਜ਼ਰੂਰ ਕਰ ਦਿਓ ਆਪਦੀ ਆਰਮੀ ਦੇ ਲਈ ਕਿ ਤੁਸੀਂ ਆਪਦੇ ਘਰਾਂ 'ਚ ਬੈਠੇ ਹੋ ਤਾਂ ਵੀ ਇਹਨਾਂ ਆਰਮੀਜ਼ ਦੇ ਕਰਕੇ ਸੇਫ ਬੈਠੇ ਹੋ। ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਗਜ਼ਾ ਦੇ ਵਿੱਚ ਹੈ, ਜਿਹੜੇ ਲੈਬਨਾਨ ਦੇ ਵਿੱਚ ਹੈ, ਸੀਰੀਆ ਦੇ ਵਿੱਚ ਹੈ, ਈਰਾਨ ਦੇ ਵਿੱਚ ਹੈ, ਕਿ ਜਿਨ੍ਹਾਂ ਦੇ ਉੱਤੇ ਅਟੈਕ ਹੋ ਰਹੇ, ਜਿਨ੍ਹਾਂ ਦੇ ਸਿਰ ਤੇ ਅਟੈਕ ਹੋ ਰਹੇ ਆ। ਦੇਖੋ ਕਿੰਨਾ ਬੁਰਾ ਹਾਲ ਹੁੰਦਾ। ਠੀਕ ਹੈ, ਸਾਡੇ ਇੰਡੀਆ ਪਾਕਿਸਤਾਨ ਦਾ ਛੋਟਾ ਜਿਹਾ ਕਨਫਲਿਕਟ ਹੋਇਆ ਸੀਗਾ, ਠੀਕ ਹੈ, ਇਸ ਮੁਕਾਬਲੇ ਉਹਨੂੰ ਛੋਟਾ ਹੀ ਕੰਸੀਡਰ ਕੀਤਾ ਜਾਊਗਾ ਤੇ ਸਾਡਾ ਕਿੰਨਾ ਨੁਕਸਾਨ ਹੋਇਆ। ਠੀਕ ਹੈ, ਸਾਡੀ ਮੀਡੀਆ ਨੇ ਕਿੰਨਾ ਰੌਲਾ ਪਾਇਆ, ਪਾਕਿਸਤਾਨੀ ਮੀਡੀਆ ਨੇ ਕਿੰਨਾ ਰੌਲਾ ਪਾਇਆ, ਪਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਕਚੁਅਲ ਵਾਰ ਇਹ ਚੱਲ ਰਹੀ ਹੈ ਜਿੱਥੇ ਕੋਈ ਦੇਖਦੇ ਨਹੀਂ ਵੀ ਇਹ ਪਬਲਿਕ ਬਿਲਡਿੰਗ ਹੈ, ਇਹ ਸਰਕਾਰੀ ਬਿਲਡਿੰਗ ਹੈ, ਇਹ ਗੁਰਦੁਆਰਾ, ਮੰਦਿਰ, ਮਸਜਿਦ ਹੈ, ਇਹ ਹਸਪੀਟਲ ਹੈ, ਜਾਂ ਇੱਥੇ ਲੋਕ ਹੈਗੇ ਆ, ਇੱਥੇ ਬੱਚੇ ਆ, ਇੱਥੇ ਬੁੱਢੇ ਆ, ਕੁਝ ਨਹੀਂ ਦੇਖਦੇ ਉਹਨਾਂ ਨੇ ਬਸ ਅਟੈਕ ਕਰਨਾ, ਉਹਨਾਂ ਨੇ ਜਾਨਾਂ ਕੀਮਤੀ ਜਿਹੜੀ ਲੋਕਾਂ ਦੀਆਂ ਉਹ ਗਵਾਉਣੀਆਂ, ਉਹ ਮਾਰਨੀਆਂ। ਠੀਕ ਹੈ, ਤੇ ਅਮਰੀਕਾ ਇਹ ਚੀਜ਼ਾਂ ਹੋਣ ਦੇ ਰਿਹਾ। ਇਹ ਜਿਹੜੀ ਹਿਸਟਰੀ ਨਾਲ ਲਿਖੀ ਜਾ ਰਹੀ ਹੈ, ਇਤਿਹਾਸ ਲਿਖਿਆ ਜਾ ਰਿਹਾ। ਕੱਲ ਨੂੰ ਬੱਚਿਆਂ ਨੇ, ਸਾਡੇ ਬੱਚਿਆਂ ਨੇ ਜਾਂ ਸਾਡੇ ਬੱਚਿਆਂ ਦੇ ਬੱਚਿਆਂ ਨੇ ਕਿਤਾਬਾਂ ਵਿੱਚ ਇਹ ਵਾਰਸ ਪੜ੍ਹਨੀ ਹੈ। ਜਿਵੇਂ ਅਸੀਂ ਛੋਟੇ ਹੁੰਦੇ ਸੀ, ਅਸੀਂ ਮੁਗਲਾਂ ਦੀਆਂ ਜੰਗਾਂ ਪੜ੍ਹਦੇ ਰਹੇ ਨਾ ਆਪਣੀਆਂ ਕਿਤਾਬਾਂ ਦੇ ਵਿੱਚ, ਤਾਂ ਉਹਨਾਂ ਨੇ ਇਹ ਜੰਗਾਂ ਪੜ੍ਹਨੀਆਂ ਕਿ ਉਦੋਂ ਆਹ ਹੋਇਆ। ਉਦੋਂ ਤਾਂ ਚਲੋ ਫਿਰ ਕੁਝ ਸਿਲੈਕਟਡ ਜੋ ਇਨਸੀਡੈਂਟਸ ਹੁੰਦੇ ਸੀ, ਹੁਣ ਤਾਂ ਨਿਤ ਦੂਜੇ ਦਿਨ ਕੋਈ ਨਾ ਕੋਈ ਵੱਡੀ ਵਾਰਦਾਤ ਹੋ ਰਹੀ ਹੈ। ਠੀਕ ਹੈ, ਤਾਂ ਇਹ ਬੱਚਿਆਂ ਦੇ ਸਿਲੇਬਸ ਵਿੱਚ ਹੋਣੀਆਂ ਇਹ ਸਾਰੀਆਂ ਚੀਜ਼ਾਂ। ਇਤਿਹਾਸ ਗਵਾਹ ਹੋਏਗਾ ਇਹਨਾਂ ਚੀਜ਼ਾਂ ਦਾ ਕਿ ਇਹ ਚੀਜ਼ਾਂ ਕਿਵੇਂ ਹੋਈਆਂ, ਕਿੰਨਾ ਨੁਕਸਾਨ ਹੋਇਆ ਹੈ ਇਨਸਾਨੀਅਤ ਦਾ। ਠੀਕ ਹੈ, ਇੱਕ ਪਾਸੇ ਇਨਸਾਨੀਅਤ ਦੀ ਬੜੀ ਉਹ ਕੀਤੀ ਜਾਂਦੀ ਹੈ ਅਮਰੀਕਾ ਦੇ ਵੱਲੋਂ, ਫੋਰਨਰਸ ਦੇ ਵੱਲੋਂ, ਕਿ ਜਾਨ ਬਹੁਤ ਕੀਮਤੀ ਹੈ। ਦੂਜੇ ਪਾਸੇ ਆਹ ਚੀਜ਼ਾਂ ਹੋ ਰਹੀਆਂ। ਇਜ਼ਰਾਈਲ ਦੇ ਵਿੱਚ ਖੁਦ ਦੇਖੋ ਉੱਥੇ ਪ੍ਰੋਟੈਸਟ ਕੀਤੇ ਜਾ ਰਹੇ ਕਿ ਸਾਨੂੰ ਧੱਕੇ ਨਾਲ ਆਰਮੀ 'ਚ, ਕਿਉਂਕਿ ਉਹਨਾਂ ਨੇ ਆਰਮੀ 'ਚ ਭਰਤੀ ਕਰਨੇ ਆ, ਕਿਉਂਕਿ ਜਦੋਂ ਜੰਗ ਲੜੋਗੇ ਤਾਂ ਜੰਗ 'ਚ ਇਹ ਤਾਂ ਹੈ ਨਹੀਂ ਕਿ ਜੇ ਤੁਸੀਂ ਜਿੱਤ ਰਹੇ ਹੋ ਤਾਂ ਤੁਸੀਂ ਜਿੱਤੋਗੇ ਜਾਂ ਤੁਹਾਡਾ ਨੁਕਸਾਨ ਨਹੀਂ ਹੋਊਗਾ। ਕੋਈ ਵੀ ਕੰਟਰੀ ਜੰਗ ਦੇ ਵਿੱਚ ਜੇਕਰ ਜਾ ਰਹੀ ਹੈ ਨਾ, ਚਾਹੇ ਉਹ
ਉਹ ਜਿੱਤ ਜੇ ਉਹਦਾ ਨੁਕਸਾਨ ਫਿਰ ਵੀ ਹੋਣਾ ਹੀ ਹੋਣਾ। ਰਸ਼ੀਆ ਦਾ ਆਪਾਂ ਦੇਖਿਆ ਕੀ ਹਾਲ ਹੋਇਆ, ਪੂਰੀ ਦੁਨੀਆ ਨਾਲੋਂ ਕੱਟ ਉਹਦਾ ਹੋ ਗਿਆ। ਤੁਸੀਂ ਇੱਕ ਐਂਟਰਟੇਨਮੈਂਟ ਫੀਲਡ ਦੇ ਵਿੱਚ ਹੀ ਦੇਖ ਲਓ ਕਿ ਕੋਈ ਵੀ ਗਾਣਾ ਜੇਕਰ ਰਿਲੀਜ਼ ਹੋ ਰਿਹਾ ਨਾ ਤਾਂ ਰਸ਼ੀਆ ਦੇ ਵਿੱਚ ਪਲੇ ਨਹੀਂ ਹੁੰਦਾ, ਤਾਂ ਰਸ਼ੀਆ ਦੇ ਐਡਵਰਟਾਈਜ਼ਰਸ ਨੂੰ ਕਿੰਨਾ ਉੱਥੇ ਦੇਖੋ ਜਿਹੜਾ ਉਹਦਾ ਨੁਕਸਾਨ ਆ ਉਹਨਾਂ ਚੀਜ਼ਾਂ ਦਾ। ਠੀਕ ਹੈ, ਸਿਰਫ ਇੱਕ ਐਂਟਰਟੇਨਮੈਂਟ, ਇੱਕ YouTube ਇੰਡਸਟਰੀ ਦੀ ਗੱਲ ਕਰ ਰਿਹਾ ਮੈਂ, ਉਹ ਵੀ ਗਾਣਿਆਂ ਦੇ ਵਿੱਚ, ਕਿ ਕੋਈ ਵੀ ਗਾਣਾ ਉੱਥੇ ਨਹੀਂ ਰਿਲੀਜ਼ ਹੋ ਸਕਦਾ ਪੂਰੀ ਦੁਨੀਆ ਭਰ ਦਾ, ਬਾਕੀ ਸਾਰੀ ਦੁਨੀਆ 'ਚ ਹੁੰਦਾ, ਬਸ ਰਸ਼ੀਆ 'ਚ ਨਹੀਂ ਉੱਥੇ ਪਲੇ ਹੋ ਸਕਦਾ। ਤਾਂ ਉੱਥੋਂ ਦੇ ਐਡਵਰਟਾਈਜ਼ਰਸ ਨੂੰ ਦੇਖੋ ਕਰੋੜਾਂ ਦਾ ਨੁਕਸਾਨ ਹੈ ਇਸ ਚੀਜ਼ ਦਾ। ਤਾਂ ਇਹ ਤਾਂ ਮੈਂ ਸਿਰਫ ਇੱਕ ਪੁਆਇੰਟ ਦੱਸਿਆ ਤੁਹਾਨੂੰ, ਹੋਰ ਵੀ ਇਹਦੇ ਤੇ ਬਹੁਤ ਪੁਆਇੰਟ ਹੈ। ਠੀਕ ਹੈ ਜੀ, ਸੋ ਇਦਾਂ ਦੀਆਂ ਚੀਜ਼ਾਂ ਯਾਰ ਅੱਜ ਦੀ ਵੀਡੀਓ ਵਿੱਚ ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ, ਤੇ ਬਾਕੀ ਤੁਹਾਡਾ ਕੀ ਮੰਨਣਾ ਮੈਨੂੰ ਥੱਲੇ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਨੈਕਸਟ ਵੀਡੀਓ, ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ। ਦੋਸਤੋ, ਜੇ ਤੁਸੀਂ ਸਾਡਾ ਕੰਮ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੀ ਮੈਂਬਰਸ਼ਿਪ ਲਈ ਜੁਆਇਨ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ। ਸਾਰੇ ਮੈਂਬਰਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ। Punjabi Real TV